ਸਤਿ ਸ਼੍ਰੀ ਅਕਾਲ। ਤੁਸੀਂ ਸਾਰੇ ਅੱਜ ਕੱਲ੍ਹ ਐਕਸਪੀਰੀਅੰਸ ਕਰ ਰਹੇ ਹੋ ਇਹ ਦਿੱਕਤ ਕਿ ਤੁਹਾਡੀਆਂ ਕੈਬਸ ਵਾਲੇ ਤੁਹਾਡੀ ਰਾਈਡ ਕੈਂਸਲ ਕਰ ਰਹੇ ਨੇ ਤੇ ਤੁਹਾਨੂੰ ਫੋਨ ਕਰਨ ਤੋਂ ਬਾਅਦ, ਤੁਹਾਨੂੰ ਪੁੱਛਣ ਤੋਂ ਬਾਅਦ ਕਿ ਤੁਸੀਂ ਕਿੱਥੇ ਜਾਣਾ। ਇਹ ਇਸ਼ੂ ਬੜਾ ਸੀਰੀਅਸ ਹੈ ਤੇ ਟਵਿੱਟਰ ਤੇ ਵੀ ਬਹੁਤ ਲੋਕਾਂ ਨੇ ਇਹ ਸਵਾਲ ਪੁੱਛਿਆ ਤੇ ਫਾਈਨਲੀ ਕੁਝ ਦਿਨ ਪਹਿਲਾਂ ਓਲਾ ਦੇ ਜਿਹੜੇ CEO ਹੈ ਉਹਨੇ ਇਸ ਗੱਲ ਦਾ ਜਵਾਬ ਵੀ ਦਿੱਤਾ। ਸੋ ਮੈਂ ਸੋਚਿਆ ਅੱਜ ਇੱਕ ਤੁਹਾਡੇ ਨਾਲ ਇਹ ਡਿਸਕਸ਼ਨ ਕਰਦੇ ਹਾਂ, ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਕਿਉਂ ਹੋ ਰਿਹਾ, ਡਰਾਈਵਰ ਇਹ ਕਿਉਂ ਕਰ ਰਹੇ ਨੇ, ਇਹਦੇ ਲਈ ਕੀ ਹੋ ਸਕਦਾ ਅੱਗੇ। ਸੋ ਜਿਹੜੀ ਗੱਲ ਬਾਹਰ ਆਈ ਇਹ ਸਾਰੀ ਮੇਰੀ ਰਿਸਰਚ 'ਚੋਂ, ਉਹ ਇਹ ਪਤਾ ਲੱਗਿਆ ਕਿ ਓਲਾ ਤੇ ਊਬਰ ਵਰਗੇ ਪਲੇਟਫਾਰਮਸ ਤੇ ਹੁੰਦਾ ਕੀ ਹੈ ਕਿ ਜਦੋਂ ਤੁਸੀਂ ਕੈਬ ਇੱਕ ਬੁੱਕ ਕਰਦੇ ਹੋ ਤਾਂ ਤੁਸੀਂ ਆਪਣੀ ਟੂ ਤੇ ਵੇਅਰ ਦੀ ਡੈਸਟੀਨੇਸ਼ਨ ਪਾਉਂਦੇ ਹੋ, ਤੁਸੀਂ ਕਿੱਥੋਂ ਤੱਕ ਕਿੱਥੇ ਜਾਣਾ ਤੇ ਤੁਸੀਂ ਪੈਸੇ ਕਿਸ ਤਰ੍ਹਾਂ ਦੋਗੇ, ਤੁਹਾਨੂੰ ਉਹ ਫੇਅਰ ਦਿਖਾ ਦਿੰਦਾ ਵੀ ਤੁਹਾਨੂੰ ਕਿੰਨੇ ਪੈਸੇ ਲੱਗਣਗੇ। ਲੇਕਿਨ ਡਰਾਈਵਰ ਨੂੰ ਜੋ ਹੈ ਉਹ ਸਿਰਫ ਇਹ ਦਿਖਾਇਆ ਜਾਂਦਾ ਹੈ ਕਿ ਰਾਈਡ ਕਿੱਥੋਂ ਤੁਸੀਂ ਪਿਕਅਪ ਕਰਨੀ ਹੈ। ਉਹਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨੇ ਕਿੱਥੇ ਜਾਣਾ ਤੇ ਮੋਡ ਆਫ ਪੇਮੈਂਟ ਵੀ, ਪੈਸੇ ਉਹਨੂੰ ਕੈਸ਼ 'ਚ ਮਿਲਣਗੇ ਜਾਂ UPI ਪੇਮੈਂਟ ਇਸ ਤਰ੍ਹਾਂ ਕਿਸ ਤਰ੍ਹਾਂ ਉਹਨੂੰ ਮਿਲੇਗਾ, ਇਹ ਉਹਨੂੰ ਦੇਖਣਾ ਪੈਂਦਾ। ਫੇਅਰ ਕਿੰਨਾ ਉਹਨੂੰ ਨਹੀਂ ਪਤਾ ਹੁੰਦਾ। ਇਹਦੇ 'ਚ ਡਰਾਈਵਰਸ ਨੂੰ ਦਿੱਕਤ ਇਹ ਹੈ ਕਿ ਕਿਉਂਕਿ ਹੁਣ ਜਿਵੇਂ ਓਲਾ ਤੇ ਊਬਰ ਇੰਡੀਆ ਵਿੱਚ ਸਕਸੈਸਫੁਲ ਹੁੰਦੇ ਰਹੇ, ਇਹ ਆਪਣਾ ਜਿਹੜਾ ਖੁਦ ਦਾ ਕੰਪਨੀ ਦਾ ਕਮਿਸ਼ਨ ਹੈ ਡਰਾਈਵਰਸ ਕੋਲੋਂ ਉਹ ਵਧਾਉਂਦੇ ਰਹੇ ਨੇ। ਸੋ ਇਹਨਾਂ ਨੂੰ ਦੇਖਣਾ ਪੈਂਦਾ ਕਿ ਜੇ ਬਹੁਤ ਛੋਟੀ ਰਾਈਡ ਹੈ ਤਾਂ ਜੇ 50-100 ਰੁਪਏ ਬਣਦੇ ਆ ਤਾਂ ਉਹ 'ਚੋਂ ਜੇ 35 ਰੁਪਏ ਇਹ ਕੰਪਨੀ ਲੈ ਜੂਗੀ ਤਾਂ ਮੇਰੇ ਲਈ ਬਹੁਤ ਘੱਟ ਬਚੂਗਾ। ਹੁਣ ਇਹਦੇ 'ਚ ਬਹੁਤ ਸਾਰੀਆਂ ਲੇਅਰਸ ਨੇ। ਆਪਾਂ ਇਹ ਸ਼ਾਇਦ ਇਸ ਗੱਲ ਤੋਂ ਇਹ ਸਮਝ ਸਕਦੇ ਹਾਂ ਕਿ ਇਹ ਲਾਲਚ ਕਰ ਰਹੇ ਨੇ, ਪਰ ਦੇਖੋ ਇਹ ਗੱਲ ਲਾਲਚ ਦੀ ਨਹੀਂ ਹੈ। ਪਹਿਲੀ ਗੱਲ ਤਾਂ ਤੇਲ ਦਾ ਭਾਵ ਜਿਹੜਾ ਹੈ ਉਹ ਬਹੁਤ ਵੱਧ ਰਿਹਾ। ਸੋ 100 ਰੁਪਏ ਦੀ ਰਾਈਡ 'ਚ 35 ਰੁਪਏ ਫੋਰ ਐਗਜ਼ਾਮਪਲ ਕੰਪਨੀ ਨੂੰ ਦੇ ਦਿੱਤੇ, ਜਿਹੜੇ ਉਹਦੇ ਕੋਲ 75 ਬਚਦੇ ਆ ਉਹ 'ਚ ਇਹਨੇ ਕਿੰਨਾ ਤੇਲ ਪਾਇਆ ਇਹਨੇ ਉਹ ਵੀ ਦੇਖਣਾ ਹੈ। ਬਾਕੀ ਇਹ ਗੱਡੀ ਦੀ ਜ਼ਿਆਦਾਤਰ ਗੱਡੀ ਕਿਸ਼ਤ ਤੇ ਚੱਲਦੀ ਹੁੰਦੀ ਹੈ। ਜ਼ਿਆਦਾਤਰ ਓਲਾ ਤੇ ਊਬਰ ਇੰਨਾ ਸਕਸੈਸਫੁਲ ਇਸੇ ਕਰਕੇ ਹੋਇਆ ਕਿ ਜਿਹੜੇ ਲੋਕ ਗੱਡੀ ਚਲਾਉਣਾ ਜਾਣਦੇ ਸੀਗੇ ਉਹਨਾਂ ਨੂੰ ਇੱਕ ਅਰਨਿੰਗ ਦਾ ਸਾਧਨ ਮਿਲ ਗਿਆ। ਉਹਨਾਂ ਨੇ ਕੀ ਕੀਤਾ ਕਿ ਗੱਡੀ ਨਵੀਂ ਲੈ ਲਈ, ਉਹਦੀ ਕਿਸ਼ਤ ਵੀ ਤਾਰਦੇ ਰਹੇ ਤੇ ਇਸ ਤਰ੍ਹਾਂ ਕਮਾਈ ਵੀ ਕਰਦੇ ਰਹੇ। ਲੇਕਿਨ ਓਲਾ ਤੇ ਊਬਰ ਨੇ ਜਿਹੜੀ ਇੱਕ ਅੱਛੀ ਚੀਜ਼ ਕੀਤੀ, ਜੇ ਤੁਸੀਂ ਇਹ ਜ਼ੋਮੈਟੋ, ਸਵਿਗੀ, ਊਬਰ ਈਟਸ ਇਹੋ ਜਿਹੀ ਕੰਪਨੀਜ਼ 'ਚ ਵੀ ਤੁਸੀਂ ਦੇਖੋਗੇ, ਉਹ ਇਹ ਸੀਗਾ ਕਿ ਸ਼ੁਰੂ 'ਚ ਕੰਪਨੀਜ਼ ਦੇ ਕਮਿਸ਼ਨ ਨਾ ਬਰਾਬਰ ਸੀਗੇ। ਸੋ ਇਹਨਾਂ ਨੇ ਨਾ ਬਰਾਬਰ ਕਮਿਸ਼ਨ, ਇਹ ਸੇਮ ਰਿਲਾਇੰਸ ਜੀਓ ਦਾ ਮਾਡਲ ਹੈ ਕਿ ਸ਼ੁਰੂ 'ਚ ਤੁਸੀਂ ਕੋਈ ਚੀਜ਼ ਫ੍ਰੀ ਦੇ ਦਿਓ, ਲੋਕਾਂ ਨੂੰ ਆਪਣੇ ਕਸਟਮਰ ਬਣਾ ਲਓ, ਉਹਨੂੰ ਇੱਕ ਐਡਿਕਟ ਬਣਾ ਲਓ ਆਪਣੀ ਸਰਵਿਸ ਦਾ, ਤੇ ਫਿਰ ਤੁਸੀਂ ਹੌਲੀ ਰੇਟ ਵਧਾਉਂਦੇ ਰਹੋ। ਸੋ ਇਹਨਾਂ ਕੰਪਨੀਜ਼ ਨੇ ਵੀ ਉਹੀ ਕੀਤਾ। ਜੇ ਤੁਸੀਂ ਹਜੇ ਵੀ ਜ਼ੋਮੈਟੋ, ਸਵਿਗੀ ਆਪਣੀ ਵੈਬਸਾਈਟ, ਜੇ ਤੁਸੀਂ ਰੋਟੀ ਮੰਗਾਉਂਦੇ ਹੋ, ਜੇ ਤੁਸੀਂ ਉਹਨਾਂ ਨੂੰ ਚੈੱਕ ਕਰੋਗੇ ਤਾਂ ਹੁਣ ਤੁਹਾਨੂੰ ਡਿਲੀਵਰੀ ਐਂਡ ਅਦਰ ਚਾਰजेस ਵਰਗਾ ਕੁਛ ਨਾ ਕੁਛ ਲਿਖਿਆ ਜ਼ਰੂਰ ਮਿਲੇਗਾ। ਜੇ ਤੁਹਾਨੂੰ ਯਾਦ ਹੋਵੇ ਜਦੋਂ ਜ਼ੋਮੈਟੋ ਤੇ ਸਵਿਗੀ ਸ਼ੁਰੂ ਹੋਈਆਂ ਸੀਗੀਆਂ ਉਦੋਂ ਡਿਲੀਵਰੀ ਚਾਰजेस 0 ਸੀਗੇ, ਫਿਰ ਇਹਨੇ ਫਲੈਟ ਕੀਤੇ 10 ਰੁਪਏ। ਹੁਣ ਇਹ ਡਿਸਟੈਂਸ ਦੇ ਹਿਸਾਬ ਨਾਲ ਕਿੰਨੇ ਕਿਲੋਮੀਟਰ ਤੋਂ ਤੁਹਾਡੀ ਰੋਟੀ ਤੁਹਾਡੇ ਘਰੇ ਆ ਰਹੀ ਹੈ, ਉਸ ਹਿਸਾਬ ਨਾਲ ਤੁਹਾਨੂੰ ਇਹ ਚਾਰਜ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਓਲਾ ਤੇ ਊਬਰ ਸ਼ੁਰੂ ਹੋਏ ਸੀਗੇ, ਜਿੰਨੀ ਕਮਾਈ ਟੈਕਸੀ ਡਰਾਈਵਰ ਕਰਦੇ ਸੀਗੇ ਆਪਣੀ ਕੈਬ ਚਲਾ ਕੇ, ਉਹ ਆਲਮੋਸਟ ਸਾਰੀ ਦੀ ਸਾਰੀ ਉਹਨਾਂ ਦੀ ਆਪਣੀ ਜੇਬ 'ਚ ਜਾਂਦੀ ਸੀਗੀ। ਫਿਰ ਓਲਾ ਊਬਰ ਨੇ 5% ਕਮਿਸ਼ਨ ਸ਼ੁਰੂ ਕੀਤਾ, 10, 15, 20। ਇਸ ਵੇਲੇ ਇਹ ਇੱਕ ਐਸਟੀਮੇਟ ਹੈ 35% ਦੇ ਆਸ-ਪਾਸ ਦਾ ਕਮਿਸ਼ਨ ਇਹ ਲੈਂਦੀਆਂ ਨੇ। ਵੈਸੇ ਹਰ ਸ਼ਹਿਰ ਵਿੱਚ ਅਲੱਗ ਕਮਿਸ਼ਨ ਹੈ ਡਿਪੈਂਡਿੰਗ ਔਨ ਦੀ ਸਕਸੈਸ ਆਫ ਓਲਾ ਊਬਰ, ਯਾਨੀ ਕਿ ਸ਼ਾਇਦ ਮੁੰਬਈ, ਬੈਂਗਲੌਰ ਇਹੋ ਜਿਹੀ ਥਾਵਾਂ 'ਚ ਕਮਿਸ਼ਨ ਮੈਕਸਿਮਮ ਹੋਏਗਾ, ਦਿੱਲੀ 'ਚ ਥੋੜ੍ਹਾ ਬਹੁਤ ਘੱਟ ਹੋਏਗਾ, ਚੰਡੀਗੜ੍ਹ ਸ਼ਾਇਦ ਹਜੇ ਇਸ ਤੋਂ ਥੋੜ੍ਹਾ ਘੱਟ ਹੋਏਗਾ। ਸੋ ਇਸ ਤਰ੍ਹਾਂ ਇਹ ਕਮਿਸ਼ਨ ਹੌਲੀ ਜਿਵੇਂ ਜ਼ਿਆਦਾ ਕੰਮ ਚੱਲਦਾ ਰਹਿੰਦਾ ਹੈ ਉਸ ਤਰ੍ਹਾਂ ਇਹ ਵਧਾਉਂਦੇ ਰਹਿੰਦੇ ਨੇ। ਸੋ ਹੁਣ ਕਿਉਂਕਿ ਕਮਿਸ਼ਨ ਇੰਨੇ ਵੱਧ ਗਏ ਨੇ, ਇਸ ਕਰਕੇ ਓਲਾ ਊਬਰ ਦੇ ਡਰਾਈਵਰਸ ਤੁਹਾਨੂੰ ਫੋਨ ਕਰਦੇ ਨੇ, ਪਹਿਲਾਂ ਤੁਹਾਨੂੰ ਪੁੱਛਦੇ ਨੇ ਤੁਸੀਂ ਕਿੱਥੇ ਜਾਣਾ ਹੈ। ਪਹਿਲੀ ਗੱਲ ਤਾਂ ਉਹ ਇਹ ਦੇਖਦੇ ਆ ਕਿ ਉਹ ਕਿੰਨਾ ਕੁ ਦੂਰ ਹੈ। ਦੂਜਾ ਉਹ ਇਹ ਦੇਖਦੇ ਆ ਕਿ ਜਿੱਥੇ ਮੈਂ ਛੱਡਣ ਜਾ ਰਿਹਾ ਕੀ ਮੈਨੂੰ ਉਸ ਦੇ ਆਸ-ਪਾਸ ਤੋਂ ਦੁਬਾਰਾ ਕਿਤੇ ਹੋਰ ਦੀ ਸਵਾਰੀ ਮਿਲੇਗੀ। ਇਹ ਸਾਰੀਆਂ ਚੀਜ਼ਾਂ ਇਹ ਦੇਖ ਕੇ ਉਸ ਤੋਂ ਬਾਅਦ ਇਹ ਵਿਚਾਰੇ ਕੈਂਸਲ ਕਰਦੇ ਨੇ। ਮੈਂ ਅੱਜ ਇਹਨਾਂ ਨੂੰ ਵਿਚਾਰਾ ਕਹਿ ਰਿਹਾ ਕਿਉਂਕਿ ਅਸੀਂ ਜੇ ਕੈਬ ਕਰ ਰਹੇ ਹਾਂ ਤਾਂ ਇਹਦਾ ਮਤਲਬ ਸਾਡੇ ਕੋਲ ਵੀ ਠੀਕ-ਠਾਕ ਪੈਸੇ ਹੈਗੇ ਆ, ਕੰਪਨੀਆਂ ਕੋਲ ਤਾਂ ਹੈਗੇ, ਵਿੱਚ ਇੱਕ ਡਰਾਈਵਰ ਫਸ ਰਿਹਾ ਜਿੰਨੇ ਸ਼ਾਇਦ ਉਹ ਗੱਡੀ ਦੀ ਕਿਸ਼ਤ ਵੀ ਕੱਢਣੀ ਹੈ, ਉਹ 'ਚ ਤੇਲ ਵੀ ਪਵਾਉਣਾ ਤੇ ਫਿਰ ਸ਼ਾਇਦ ਉਸੇ ਪੈਸੇ ਨਾਲ ਆਪਣਾ ਘਰ ਵੀ ਚਲਾਉਣਾ। ਸੋ ਹੁਣ ਓਲਾ ਦੇ ਜਿਹੜੇ CEO ਹੈ ਉਹਨੇ ਟਵਿੱਟਰ ਤੇ, ਕਿਉਂਕਿ ਬਹੁਤ ਲੋਕ ਇਹ ਸਵਾਲ ਪਾ ਰਹੇ ਸੀ ਓਲਾ ਤੇ ਊਬਰ ਨੂੰ, ਉਹਨਾਂ ਨੇ ਜਵਾਬ ਦਿੱਤਾ ਕਿ ਸਾਨੂੰ ਇਹ ਇਸ਼ੂ ਜੋ ਸਮਝ ਆਇਆ ਅਸੀਂ ਇਹ 'ਚ ਟਰਾਂਸਪੇਰੈਂਸੀ ਵਧਾ ਕੇ ਇਹਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਉਹਦਾ ਮਤਲਬ ਇਹ ਹੈ ਕਿ ਐਕਸੈਪਟ ਹੋਣ ਤੋਂ ਬਾਅਦ ਕੈਂਸਲੇਸ਼ਨ ਹੋਣ ਦੀ ਜਗ੍ਹਾ ਤੁਹਾਡੀ ਰਾਈਡ ਕੋਈ ਡਰਾਈਵਰ ਐਕਸੈਪਟ ਹੀ ਨਾ ਕਰੇ। ਉਹ ਇਸ ਤਰ੍ਹਾਂ ਕਿ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਹੁਣ ਤੱਕ ਇਹਨਾਂ ਨੂੰ ਡੈਸਟੀਨੇਸ਼ਨ ਵੀ, ਇਹਨੇ ਕਿੱਥੇ ਬੰਦੇ ਨੂੰ ਛੱਡਣਾ ਹੈ ਪਿਕਅਪ ਕਰਨ ਤੋਂ ਬਾਅਦ ਤੇ ਕਿਸ ਤਰ੍ਹਾਂ ਇਹਨੂੰ ਪੈਸੇ ਮਿਲਣਗੇ, ਕੈਸ਼ ਜਾਂ UPI ਜੋ ਵੀ, ਉਹ ਚੀਜ਼ ਇਹਨਾਂ ਨੂੰ ਪਹਿਲਾਂ ਹੀ ਦਿਖਾਤੀ ਜਾਏਗੀ। ਸੇਫਟੀ ਕਾਰਨਾਂ ਕਰਕੇ ਹੁਣ ਤੱਕ ਡੈਸਟੀਨੇਸ਼ਨ ਨਹੀਂ ਸੀ ਦਿਖਾਈ ਜਾਂਦੀ, ਬਟ ਇਸ ਵਾਰ ਡੈਸਟੀਨੇਸ਼ਨ ਦੇ ਆਸ-ਪਾਸ ਵੀ ਕਿਹੜੀ ਲੋਕੇਸ਼ਨ 'ਚ ਇਹਨੇ ਜਾਣਾ ਉਹ ਇਹਨਾਂ ਨੂੰ ਦੱਸਦਾ ਜਾਏਗਾ ਤਾਂ ਕਿ ਇਹ ਅੰਦਾਜ਼ਾ ਲਗਾ ਸਕਣ ਕਿ ਕਿੰਨੇ ਕਿਲੋਮੀਟਰ ਚੱਲਣਾ। ਦੂਸਰੀ ਗੱਲ, ਇਹਨੂੰ ਪਤਾ ਲੱਗ ਜਾਏਗਾ ਉਹ ਕਿਸ ਤਰ੍ਹਾਂ ਤੁਹਾਡਾ ਦੂਸਰਾ ਬੰਦਾ ਤੁਹਾਨੂੰ ਪੈਸੇ ਦੇਣਾ ਚਾਹੁੰਦਾ, ਕੈਸ਼ ਜਾਂ UPI। ਉਹ ਵੀ ਇਹਨਾਂ ਦੇ ਆਪਣੇ ਰੀਜ਼ਨਸ ਨੇ ਡਰਾਈਵਰਸ ਦੇ, ਜਿਸ ਕਰਕੇ ਆ ਇੱਕ ਮੋਡ ਨੂੰ ਪ੍ਰੈਫਰ ਕਰਦੇ ਨੇ। ਜ਼ਿਆਦਾਤਰ ਮੈਨੂੰ ਲੱਗਦਾ ਕੈਸ਼ ਹੀ ਪ੍ਰੈਫਰ ਕਰਦੇ ਹੋਣਗੇ।
ਸੋ ਇਹੋ ਜਿਹੀਆਂ ਕੁਝ ਚੀਜ਼ਾਂ ਦੇ ਕਾਰਨ ਹੁਣ ਤੱਕ ਕੈਂਸਲੇਸ਼ਨ ਹੋ ਰਹੀ ਸੀ। ਓਲਾ ਦੇ CEO ਨੇ ਇਹਦਾ ਇਹ ਹੱਲ ਲੱਭਿਆ। ਇਹ ਹਜੇ ਪ੍ਰੋਬਲਮ ਸੋਲਵ ਕਰੇਗਾ ਕਿ ਨਹੀਂ ਇਹ ਮੈਨੂੰ ਨਹੀਂ ਪਤਾ, ਲੇਕਿਨ ਅੱਛੀ ਗੱਲ ਇਹ ਹੈ ਕਿ CEOs ਤੱਕ ਇਹ ਗੱਲ ਪਹੁੰਚਣ ਲੱਗ ਗਈ ਹੈ ਤੇ ਇਹਦਾ ਕੋਈ ਹੱਲ ਹੋਣਾ, ਪਬਲਿਕ ਦੀ ਹਰੈਸਮੈਂਟ ਜਿਹੜੀ ਹੋ ਰਹੀ ਹੈ ਉਹਦੇ ਲਈ ਤਾਂ ਅੱਛਾ ਹੈ ਹੀ, ਕਿਉਂਕਿ ਬਹੁਤ ਵਾਰ ਇਹ ਹੁੰਦਾ ਕਿ ਤੁਸੀਂ ਕਿਤੋਂ ਜਾਣਾ ਹੁੰਦਾ ਤੁਹਾਨੂੰ ਅੱਧਾ ਘੰਟਾ ਕੋਈ ਕੈਬ ਹੀ ਨਹੀਂ ਮਿਲਦੀ, ਕਿਉਂਕਿ ਜਿਹੜੇ 2-3 ਐਕਸੈਪਟ ਕਰਦੇ ਨੇ ਉਹ ਐਕਸੈਪਟ ਕਰਨ ਤੋਂ ਬਾਅਦ ਤੁਹਾਨੂੰ ਕਾਲ ਕਰਨ ਤੋਂ ਬਾਅਦ ਕੈਂਸਲੇਸ਼ਨ ਕਰ ਦਿੰਦੇ ਨੇ। ਵੈਸੇ ਤਾਂ ਦਿੱਲੀ, ਚੰਡੀਗੜ੍ਹ ਵਰਗੀ ਥਾਵਾਂ ਤੇ ਇੱਕ ਹੋਰ ਇਸ ਤੋਂ ਆਪੋਜ਼ਿਟ ਮੈਂ ਕਹਿ ਸਕਦਾ ਪ੍ਰੋਬਲਮ ਆਈ ਹੈ, ਉਹ ਹੈ ਜ਼ਿਆਦਾ ਲੰਬੇ ਡਿਸਟੈਂਸ ਤੇ ਰਾਈਡ ਦਾ ਕੈਂਸਲ ਹੋਣਾ। ਉਹ ਇਸ ਕਰਕੇ ਕਿ ਦਿੱਲੀ NCR ਵਿੱਚ ਬਾਰਡਰਸ ਬਹੁਤ ਸਾਰੇ ਨੇ, ਜਿਵੇਂ ਕਿ ਚੰਡੀਗੜ੍ਹ ਵਿੱਚ ਵੀ ਹੈ ਪੰਜਾਬ ਤੇ ਹਰਿਆਣਾ ਦਾ ਬਾਰਡਰ। ਸੋ ਬਹੁਤ ਗੱਡੀਆਂ, ਕਿਉਂਕਿ ਇਹ ਕਮਰਸ਼ੀਅਲ ਵਾਹੀਕਲ ਹੁੰਦਾ, ਸਾਡੇ ਗੱਡੀਆਂ ਵਾਂਗ ਨਹੀਂ ਹੈ ਕਿ ਆਪਾਂ ਕਿਤੇ ਵੀ ਲੈ ਜਾਈਏ, ਇਹਨੂੰ ਅਲੱਗ ਸਟੇਟ 'ਚ ਅਲੱਗ ਟੈਕਸ ਪੇ ਕਰਨਾ ਪੈਂਦਾ। ਸੋ ਬਹੁਤ ਘੱਟ ਇਹੋ ਜਿਹੀਆਂ ਸ਼ਾਇਦ ਗੱਡੀਆਂ ਨੇ ਜਿਨ੍ਹਾਂ ਨੇ 3 ਸਟੇਟਸ ਦਾ ਟੈਕਸ ਪੇ ਕੀਤਾ ਹੁੰਦਾ, ਦਿੱਲੀ 'ਚ ਵੀ ਕਿਉਂਕਿ ਹਰਿਆਣਾ ਤੇ UP ਵੀ ਲੱਗਦਾ ਨਾਲ, ਤੇ ਚੰਡੀਗੜ੍ਹ 'ਚ ਹਰਿਆਣਾ ਤੇ ਪੰਜਾਬ ਲੱਗਦਾ। ਸੋ ਜੇ ਉਹਨਾਂ ਨੇ ਨਹੀਂ ਭਰਿਆ ਹੋਏਗਾ ਤੁਹਾਡੀ ਡੈਸਟੀਨੇਸ਼ਨ ਜਾਣਨ ਤੋਂ ਬਾਅਦ, ਚਾਹੇ ਉਹ ਰਾਈਡ ਬਹੁਤ ਲੰਬੀ ਹੋਵੇ, 500-600 ਰੁਪਏ ਦੀ ਵੀ ਰਾਈਡ ਹੋਵੇ, ਤਾਂ ਵੀ ਆ ਕੈਂਸਲ ਕਰਨਗੇ। ਸੋ ਇਹੋ ਜਿਹੇ ਕੁਛ ਨਾ ਕੁਛ ਕਾਰਨ ਨੇ, ਪਰ ਹੁਣ ਮੈਨੂੰ ਲੱਗਦਾ ਇੱਕ ਤਾਂ ਇਹ ਚੀਜ਼ ਕਿ ਇਹਨੂੰ ਡੈਸਟੀਨੇਸ਼ਨ ਜੇ ਨਹੀਂ ਐਗਜ਼ੈਕਟ ਦਿਖਦੀ ਤਾਂ ਉਹ ਲੋਕੇਸ਼ਨ ਜ਼ਰੂਰ ਪਤਾ ਲੱਗ ਜਾਏ ਕਿ ਇਹਨੇ ਕਿਹੜੇ ਏਰੀਆ 'ਚ ਜਾਣਾ ਹੈ, ਉਹ ਚੀਜ਼ ਸ਼ਾਇਦ ਰਾਈਡ ਦੀ ਕੈਂਸਲੇਸ਼ਨ ਘੱਟ ਕਰੇਗਾ। ਸ਼ਾਇਦ ਇਸ ਦਾ ਜਿਹੜਾ ਹੁਣ ਤੱਕ ਪਬਲਿਕ ਨੂੰ ਹਰੈਸਮੈਂਟ ਹੋ ਰਹੀ ਸੀ ਉਹ ਬਚੇਗੀ। ਲੇਕਿਨ ਮੈਨੂੰ ਲੱਗਦਾ ਜਾਂਦੇ ਇਹਨਾਂ ਡਰਾਈਵਰਸ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ। ਇਹ ਸਾਰਾ ਦਿਨ ਗੱਡੀ ਚਲਾ ਕੇ ਵੀ ਬਹੁਤ ਘੱਟ ਜੇ ਕਮਾਈ ਕਰ ਰਹੇ ਨੇ ਤੇ ਉਹ ਵੱਡੀਆਂ ਕੰਪਨੀਆਂ ਇੰਨਾ ਕਮਿਸ਼ਨ ਲੈ ਰਹੀਆਂ ਨੇ, ਉਹਦਾ ਵੀ ਕੁਝ ਹੱਲ ਹੋਣਾ ਚਾਹੀਦਾ, ਕਿਉਂਕਿ ਜੇ ਆਪਣਾ ਕਮਿਸ਼ਨ ਉਨਾ ਹੀ ਰੱਖਣਗੀਆਂ ਤਾਂ ਜਿੰਨਾ ਅਸੀਂ ਕੈਬ ਨੂੰ ਪੇ ਕਰ ਰਹੇ ਹਾਂ ਉਹ ਕਿਰਾਇਆ ਵੀ ਵੱਧਦਾ ਜਾਏਗਾ, ਕਿਉਂਕਿ ਜੇ ਇਹਨਾਂ ਨੇ ਵੀ ਕਮਾਣਾ ਹੈ ਤੇ ਕੰਪਨੀ ਨੇ ਵੀ, ਤਾਂ ਸਾਰਾ ਪੈਸਾ ਸਾਡੀ ਜੇਬ 'ਚੋਂ ਜਾਏਗਾ। ਸੋ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਤੁਹਾਨੂੰ ਪਰੇਸ਼ਾਨ ਕਰਦੇ ਨੇ ਜਾਂ ਤੁਹਾਡੇ ਦਿਮਾਗ ਵਿੱਚ ਸਵਾਲ ਆਉਂਦੇ ਨੇ, ਉਹ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਵਾਂਗੇ। ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ ਕਿ ਕਿਹੜੀਆਂ ਇਹੋ ਜਿਹੀਆਂ ਚੀਜ਼ਾਂ ਤੇ ਇੱਕ ਐਕਸਪਲੇਨਡ ਸਪੈਸ਼ਲ ਰਿਪੋਰਟ ਜਿਵੇਂ ਦੀ ਕਿ ਮੈਂ ਰੋਜ਼ ਪੇਸ਼ ਕਰਦਾ ਉਹ ਲੈ ਕੇ ਆਈਏ, ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਪੰਜਾਬ ਟੁਡੇ। ਸਤਿ ਸ਼੍ਰੀ ਅਕਾਲ।